ਅੱਗੇ ਵਧਦੇ ਹਾਂ ਤੇ ਇਸ ਤੋਂ ਬਾਅਦ ਗੱਲ ਕੀਤੀ ਜਾਵੇਗੀ ਹਰੀਸ਼ ਰਾਵਤ ਹੋਰਾਂ ਦੀ ਔਰ ਕਾਂਗਰਸ ਵਰਸਸ ਕੈਪਟਨ ਦੀ ਬਗਾਵਤ ਤੇ ਹਰੀਸ਼ ਰਾਵਤ ਦੀ ਤਲਖੀ ਸਾਹਮਣੇ ਆਈ ਹੈ, ਤਲਖ ਸਾਹਮਣੇ ਆਇਆ ਹੈ। ਕੈਪਟਨ ਦੇ ਇਲਜ਼ਾਮਾਂ ਨੂੰ ਰਾਵਤ ਦੇ ਵੱਲੋਂ ਸਾਫ਼ ਤੌਰ ਤੇ ਖਾਰਜ ਕੀਤਾ ਗਿਆ। ਇਸ ਵੇਲੇ ਦੀ ਵੱਡੀ ਖਬਰ ਹਰੀਸ਼ ਰਾਵਤ ਉਹੀਓ ਇੱਕ ਅਹਿਮ ਕੜੀ ਜਿਨ੍ਹਾਂ ਦੇ ਵੱਲੋਂ ਸਾਰੇ ਮਸਲੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਔਰ ਉਹਨਾਂ ਦਾ ਬਿਆਨ ਬੇਹੱਦ ਹੀ ਮਾਇਨੇ ਰੱਖਦੇ ਨੇ। ਹਾਲੇ ਦੀ ਵੱਡੀ ਖਬਰ ਇਹ ਹੈ ਕਿ ਇੱਕ ਵੱਡਾ ਬਿਆਨ ਦਿੱਤਾ ਹਰੀਸ਼ ਰਾਵਤ ਨੇ ਸੀਐਲਪੀ ਮੀਟਿੰਗ ਬਾਰੇ ਕੈਪਟਨ ਨੂੰ ਦੱਸਿਆ ਗਿਆ ਸੀ। ਰਾਵਤ ਕਹਿੰਦੇ ਹੋਏ ਨਜ਼ਰ ਆਏ ਨੇ ਕੈਪਟਨ ਨੇ ਮੈਨੂੰ ਮਿਲਣ ਦਾ ਸਮਾਂ ਹੀ ਨਹੀਂ ਦਿੱਤਾ ਸੀ। ਇਹ ਵੀ ਉਹਨਾਂ ਨੇ ਕਿਹਾ ਸੀਐਲਪੀ ਮੀਟਿੰਗ ਦੇ ਵਿੱਚ ਜਾਣ ਦੀ ਬਜਾਏ ਕੈਪਟਨ ਨੇ ਅਸਤੀਫਾ ਦੇ ਦਿੱਤਾ। ਯਾਨੀ ਕਿ ਇੱਥੇ ਕਹਿੰਦੇ ਹੋਏ ਹਰੀਸ਼ ਰਾਵਤ ਨਜ਼ਰ ਆ ਰਹੇ ਨੇ ਕਿ ਅਸੀਂ ਕੋਈ ਅਸਤੀਫੇ ਦੇ ਲਈ ਨਹੀਂ ਕਿਹਾ, ਉਹਨਾਂ ਨੇ ਆਪ ਹੀ ਅਸਤੀਫਾ ਦੇ ਦਿੱਤਾ। ਹਾਲਾਂਕਿ ਜੇਕਰ ਕੁਝ ਦਿਨ ਪਹਿਲੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਯਾਦ ਕਰੀਏ ਤਾਂ ਸਾਫ਼ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਮੈਨੂੰ ਸਵੇਰੇ 10 ਵਜੇ ਫੋਨ ਆਉਂਦਾ ਹੈ ਕਿ ਤੁਸੀਂ ਅਸਤੀਫਾ ਦੇ ਦਿਓ। ਸੋ ਮੈਂ ਉਸ ਤੋਂ ਬਾਅਦ ਜਾ ਕੇ ਅਸਤੀਫਾ ਦਿੱਤਾ ਜਦੋਂ ਮੈਨੂੰ ਫੋਨ ਆਇਆ। ਇੱਥੇ ਬਿਆਨ ਰਾਵਤ ਹੋਰਾਂ ਦਾ ਕੁਝ ਹੋਰ ਹੀ ਸਮਝ ਆ ਰਿਹਾ, ਜੋ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਸੀਐਲਪੀ ਦੀ ਮੀਟਿੰਗ ਦੇ ਵਿੱਚ ਆਓ ਔਰ ਉਹਨਾਂ ਨੇ ਸੀਐਲਪੀ ਦੀ ਮੀਟਿੰਗ ਦੇ ਵਿੱਚ ਆਉਣ ਦੀ ਬਜਾਏ ਕੈਪਟਨ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ। ਵਿਧਾਇਕਾਂ ਨੂੰ ਖਰਚਾ ਸੀ ਔਰ ਕੈਪਟਨ ਦੀ ਬਗਾਵਤ ਤੇ ਹਰੀਸ਼ ਰਾਵਤ ਦੀ ਤਲਖ ਇੱਥੇ ਸਾਹਮਣੇ ਆਈ ਔਰ ਇੱਕ ਵਾਰ ਤੁਹਾਨੂੰ ਉਹ ਪੋਸਟ ਜਿਹੜੀ ਆ ਪੜਵਾ ਦਿੰਦੇ ਆ ਕਿ ਆਖਿਰਕਾਰ ਕੀ ਕੁਝ ਕਿਹਾ ਕੈਪਟਨ ਨੂੰ ਹਰੀਸ਼ ਰਾਵਤ ਦਾ ਦਿੱਤਾ ਹੋਇਆ ਤਲਖ ਜਵਾਬ। ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਰਹੇ ਨੇ। ਸੀਐਲਪੀ ਮੀਟਿੰਗ ਦੇ ਬਾਰੇ ਕੈਪਟਨ ਨੂੰ ਦੱਸਿਆ ਗਿਆ ਸੀ, ਮੈਂ ਵੀ ਕੈਪਟਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਕੈਪਟਨ ਨੇ ਸਮਾਂ ਹੀ ਨਹੀਂ ਦਿੱਤਾ ਸੀ ਤੇ ਖੁਦ ਸੀਐਲਪੀ ਮੀਟਿੰਗ ਦੇ ਵਿੱਚ ਜਾਣ ਦੀ ਬਜਾਏ ਕੈਪਟਨ ਨੇ ਅਸਤੀਫਾ ਦੇ ਦਿੱਤਾ। ਉਧਰ ਵਿਧਾਇਕਾਂ ਨੂੰ ਖਦਸ਼ਾ ਸੀ ਕਿ ਕੈਪਟਨ ਅਕਾਲੀਆਂ ਦੇ ਨਾਲ ਰਲੇ ਹੋਏ ਨੇ ਤੇ ਭਾਜਪਾ ਦੇ ਦਬਾਅ ਹੇਠ ਨੇ। ਸਾਡੇ ਸਾਹਮਣੇ ਵਿਧਾਇਕਾਂ ਦੀਆਂ ਮੰਗਾਂ ਮੰਨਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ। ਸਰਕਾਰ ਦੀ ਹਾਲਤ ਸੁਧਾਰਨ ਬਾਰੇ ਕੈਪਟਨ ਨੂੰ ਵੀ ਕਈ ਵਾਰ ਕਿਹਾ ਗਿਆ ਸੀ। ਵਿਧਾਇਕਾਂ ਦਾ ਮੰਨਣਾ ਸੀ ਕਿ ਕੈਪਟਨ ਪਾਰਟੀ ਦੀ ਜਿੱਤ ਨਹੀਂ ਚਾਹੁੰਦੇ, ਮੇਰੀ ਜ਼ਿੰਮੇਵਾਰੀ ਸੱਚ ਦੱਸਣਾ ਹੈ ਤੇ ਮੈਂ ਦੱਸ ਰਿਹਾ। ਯਾਨੀ ਕਿ ਸਾਫ਼ ਸਪਸ਼ਟ ਕਰਦੇ ਹੋਏ ਹਰੀਸ਼ ਰਾਵਤ ਇੱਥੇ ਨਜ਼ਰ ਆਏ ਨੇ ਔਰ ਫੋਨ ਲਾਈਨ ਤੇ ਨੇ ANE ਨਿਊਜ਼ 18 ਪੰਜਾਬ ਦੇ ਵਿਨੇਸ਼ ਕਟਾਰੀਆ। ਵਿਨੇਸ਼, ਜੇਕਰ ਇਸ ਬਿਆਨ ਦੀ ਗੱਲ ਕਰਦੇ ਆ ਹਰੀਸ਼ ਰਾਵਤ ਦੇ ਵੱਲੋਂ ਇੱਥੇ ਸਾਫ਼ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਬਿਆਨ ਦੇ ਨਾਲ ਕੁਝ ਸਪਸ਼ਟ ਨਹੀਂ ਬਲਕਿ ਬਿਆਨ ਆਪਸ ਦੇ ਵਿੱਚ ਉਲਝਦੇ ਨਜ਼ਰ ਆ ਰਹੇ ਨੇ। ਗੁਰਜੋਤ, ਜਿਹੜੀ ਹਰੀਸ਼ ਰਾਵਤ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਤਲਖੀਆਂ ਜਿਹੜੀਆਂ ਆਪਸ 'ਚ ਵੱਧਦੀਆਂ ਜਾ ਰਹੀਆਂ ਜਾਂ ਆਪਾਂ ਇਹਨੂੰ ਦੂਸਰੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੀਆਂ ਤਲਖੀਆਂ ਵੱਧਦੀਆਂ ਜਾ ਰਹੀਆਂ। ਹਰੀਸ਼ ਰਾਵਤ ਨੇ ਸਿੱਧਾ ਸਵਾਲ ਕੀਤਾ ਜਿਹੜਾ ਕਿ ਕੈਪਟਨ ਅਮਰਿੰਦਰ ਵੱਲੋਂ ਕੁਝ ਦਿਨ ਪਹਿਲਾਂ ਬਿਆਨ ਜਾਰੀ ਕੀਤਾ ਗਿਆ ਸੀ ਹਰੀਸ਼ ਰਾਵਤ ਦੇ ਖਿਲਾਫ। ਉਹਨਾਂ ਨੇ ਇਹ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਸੀਐਲਪੀ ਲੀਡਰ ਹੋ ਤਾਂ ਸੀਐਲਪੀ ਲੀਡਰ ਹੋਣ ਦੇ ਨਾਤੇ ਇੱਕ ਦੱਸੋ ਤੁਸੀਂ ਸੀਐਲਪੀ ਮੀਟਿੰਗ ਅੱਜ ਤੱਕ ਕਿੰਨੇ ਵਾਰ ਬੁਲਾਈ ਸੀ, ਯਾਨੀ ਕਿ ਸਿੱਧਾ ਸਵਾਲ ਚੁੱਕਿਆ ਹੈ। ਦੂਸਰਾ, ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਇਹ ਵਾਰ-ਵਾਰ ਕਹਿ ਰਹੇ ਆ ਕਿ ਉਹਨਾਂ ਨੂੰ ਹਿਊਮਿਲੇਟ ਕੀਤਾ ਗਿਆ ਜਿਹੜਾ ਕਿ ਸੱਚ ਤੋਂ ਪਰੇ ਹੈ ਤੇ ਨਾਲ ਉਹਨਾਂ ਨੇ ਕਿਹਾ ਕਿ ਮੇਰੀ ਜ਼ਿੰਮੇਵਾਰੀ ਹੈ ਕਿ ਹੁਣ ਮੈਂ ਫੈਕਚੁਅਲੀ ਦੱਸਦਾ। ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਜਦੋਂ ਅਸੀਂ ਸੀਐਲਪੀ ਮੀਟਿੰਗ ਬੁਲਾਈ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ। ਫਿਰ ਜਦੋਂ ਅਗਲੇ ਦਿਨ ਹਰੀਸ਼ ਰਾਵਤ ਨੇ ਕਿਹਾ ਕਿ ਮੈਂ ਚੰਡੀਗੜ੍ਹ ਪਹੁੰਚਿਆ ਤੇ ਮੈਂ ਪਰਸਨਲੀ ਟਾਈਮ ਮੰਗਿਆ ਉਹਨਾਂ ਤੋਂ ਤੇ ਮੈਨੂੰ ਟਾਈਮ ਨਹੀਂ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਮੀਡੀਆ ਰਾਹੀਂ ਮੈਨੂੰ ਪਤਾ ਚੱਲਿਆ ਕਿ 4 ਵਜੇ ਗਵਰਨਰ ਨੂੰ ਮਿਲ ਰਹੇ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਸੀਐਲਪੀ ਦੀ ਮੀਟਿੰਗ ਵਿੱਚ ਪਤਾ ਸੀ ਕੈਪਟਨ ਸਾਹਿਬ ਨੂੰ ਕਿ ਜਿਹੜੇ MLAs ਆ ਉਹ ਸਵਾਲ ਚੁੱਕ ਸਕਦੇ ਆ ਵੀ ਬੇਅਦਬੀਆਂ ਤੇ ਕੀ ਕਾਰਵਾਈ ਹੋਈ, ਡਰੱਗਸ ਤੇ ਕੀ ਕਾਰਵਾਈ ਹੋਈ, ਜਿਹੜੀਆਂ ਇਲੀਗਲ ਬੱਸਿਸ ਆ ਉਸ ਤੇ ਕੀ ਕਾਰਵਾਈ ਹੋਈ ਤੇ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸੀਐਲਪੀ ਮੀਟਿੰਗ 'ਚ ਆਉਣ ਦੀ ਬਜਾਏ ਪਹਿਲਾਂ ਹੀ ਅਸਤੀਫਾ ਦੇ ਦਿੱਤਾ। ਤੇ ਉਸ ਨਾਲ ਹੀ ਉਹਨਾਂ ਨੇ ਕਿਹਾ ਕਿ ਲਗਾਤਾਰ ਜਿਹੜੇ 18 ਸੂਤਰੀ ਪ੍ਰੋਗਰਾਮ ਬਣਾਇਆ ਗਿਆ ਸੀਗਾ, ਪੈਨਲ ਉੱਥੇ ਬਣਾਇਆ ਗਿਆ ਸੀਗਾ, ਮਲਿਕਾਰਜੁਨ ਖੜਗੇ, ਹਰੀਸ਼ ਰਾਵਤ, ਹਰੀਸ਼ ਚੌਧਰੀ ਜਿਹਦੇ ਵਿੱਚ ਸੀਗੇ, ਉਹਨਾਂ ਨੇ ਪੰਜਾਬ ਕਾਂਗਰਸ ਦੇ MLAs MP ਸਮੇਤ 150 ਲੋਕਾਂ ਨਾਲ ਮੀਟਿੰਗ ਕੀਤੀ, ਫਿਰ 18 ਸੂਤਰੀ ਪ੍ਰੋਗਰਾਮ ਬਣਾਇਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਗਿਆ ਕਿ ਇਹਨੂੰ ਇੰਪਲੀਮੈਂਟ ਕਰਨਾ ਪਰ ਉਹ ਫੋਲੋ ਨਹੀਂ ਹੋਇਆ। ਤੇ ਉਸ ਤੋਂ ਬਾਅਦ ਲਗਾਤਾਰ 6 ਵਾਰ ਕਹਿ ਰਹੇ ਸਾਡੀ ਚਰਚਾ ਹੋਈ ਡਿਟੇਲ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਗਿਆ ਕਿ ਇਹ MLAs ਦੀ ਮੰਗ ਹੈ, ਪੰਜਾਬ ਦੇ ਲੋਕਾਂ ਦੀ ਵੀ ਇਹ ਮੰਗ ਹੈ, ਇਹਨੂੰ ਪਲੀਜ਼ ਤੁਸੀਂ ਜਲਦੀ ਤੋਂ ਜਲਦੀ ਫੋਲੋ ਕਰੋ। ਪਰ ਉਸ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਫੋਲੋ ਨਹੀਂ ਕੀਤਾ ਤੇ ਐਟ ਲਾਸਟ ਕੋਈ ਆਪਸ਼ਨ ਨਹੀਂ ਬਚੀ ਸੀਗੀ। MLAs ਉਹਨਾਂ ਦੇ ਐਂਟੀ ਹੋ ਗਏ ਸੀਗੇ ਤੇ ਇਸ ਕਰਕੇ MLAs ਨਾਲ ਡਿਸਕਸ਼ਨ ਕਰਕੇ ਹੀ ਜਿਹੜਾ ਇਹ ਫੈਸਲਾ ਹੋਇਆ ਕਿ ਚਰਨਜੀਤ ਸਿੰਘ ਚੰਨੀ ਨਵੇਂ CM ਹੋਣਗੇ ਤੇ ਸੀਐਲਪੀ ਮੀਟਿੰਗ ਬੁਲਾਈ ਗਈ। ਤੇ ਨਾਲ ਉਹਨਾਂ ਨੇ ਇੱਕ ਲਾਸਟ ਲਾਈਨ ਲਿਖੀ ਹੈ ਕਿ ਪਾਰਟੀ ਨੂੰ ਵਾਰ-ਵਾਰ ਉਹ ਕਹਿ ਰਹੇ ਕਿ ਅਪਮਾਨਿਤ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਅਮਿਤ ਸ਼ਾਹ ਨਾਲ ਮੀਟਿੰਗ ਵੀ ਕੀਤੀ ਹੈ। ਕਹਿ ਰਹੇ ਜਦੋਂ ਅਮਿਤ ਸ਼ਾਹ ਨੂੰ ਮਿਲਿਆ ਉਸ ਤੋਂ ਬਾਅਦ ਹੀ ਇਹ ਸਵਾਲ ਵਾਰ-ਵਾਰ ਉੱਠ ਰਹੇ ਹੈ, ਯਾਨੀ ਕਿ ਕਿਤੇ ਨਾ ਕਿਤੇ ਉਹਨਾਂ ਨੇ ਸਵਾਲ ਵੀ ਰੇਜ਼ ਕੀਤੇ ਹੈ ਕਿ ਕੈਪਟਨ ਵਰਗਾ ਜਿਹੜਾ ਕਦਾਵਰ ਨੇਤਾ ਲੰਬਾ ਟਾਈਮ ਕਾਂਗਰਸ ਰਿਹਾ ਉਹ ਅਮਿਤ ਸ਼ਾਹ ਨੂੰ ਮਿਲ ਰਿਹਾ ਤੇ ਹੁਣ ਕਾਂਗਰਸ ਪਾਰਟੀ ਤੇ ਨਿਸ਼ਾਨੇ ਲਾ ਰਿਹਾ ਹੈ। ਜੀ ਗੁਰਜੋਤ, ਬਿਲਕੁਲ ਵਿਨੇਸ਼, ਔਰ ਕਹਿ ਸਕਦੇ ਆ ਕਿ ਇਹ ਬਿਆਨ ਦੇ ਬਾਅਦ ਇੱਕ ਦੂਜੇ ਦੇ ਸਪਸ਼ਟੀਕਰਨ ਜਿਹੜੇ ਨੇ ਸਾਹਮਣੇ ਆ ਰਹੇ ਨੇ। ਕੈਪਟਨ ਆਪਣਾ ਸਪਸ਼ਟੀਕਰਨ ਦਿੰਦੇ ਨੇ, ਹਰੀਸ਼ ਰਾਵਤ ਆਪਣਾ ਸਪਸ਼ਟੀਕਰਨ ਦਿੰਦੇ ਨੇ ਔਰ ਇੱਥੇ ਕਾਫੀ ਕੁਝ ਹੋਣੇ ਦੇ ਮਾਇਨੇ ਵੀ ਨਿਕਲ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਤਮਾਮ ਗੱਲਬਾਤ ਦੇ ਲਈ। ਔਰ ਇੱਕ ਪਾਸੇ ਤੁਹਾਨੂੰ ਵਿਖਾ ਰਹੇ ਕਾਂਗਰਸ ਦੇ ਕੈਪਟਨ ਦੇ ਤਾਬੜਤੋੜ ਹਮਲੇ ਔਰ ਗ੍ਰਾਫਿਕਸ ਜਿਹੜੀ ਹੈ ਉਹ ਤੁਹਾਨੂੰ ਦਿਖਾ ਪਾ ਰਹੇ ਹਾਂ ਕਿ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਨੇ।
ਕੈਪਟਨ ਅਮਰਿੰਦਰ ਸਿੰਘ ਸਾਫ਼ ਤੌਰ ਤੇ ਪੰਜਾਬ ਸਰਕਾਰ ਦੇ ਵਿੱਚ ਆਪਣੀ ਨਾਕਾਮੀ ਤੇ ਲੁਕਾਉਣ ਦੇ ਲਈ ਕਾਂਗਰਸ ਚੋਂ ਆਗੂ ਜਿਹੜੇ ਨੇ ਉਹ ਝੂਠ ਬੋਲ ਰਹੇ ਨੇ। ਅਜਿਹਾ ਲੱਗਦਾ ਹੈ ਕਿ ਪੂਰੀ ਪਾਰਟੀ ਨੂੰ ਹੀ ਨਵਜੋਤ ਸਿੱਧੂ ਦੀ ਕਾਮੇਡੀ ਦਾ ਰੰਗ ਚੜ ਚੁੱਕਿਆ ਹੈ। ਹੁਣ ਤੱਕ ਅੱਗੇ ਲਈ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਹ ਵੀ ਕਿਹਾ ਕਿ ਆਖਿਰਕਾਰ ਜੋ ਇਸ ਵੇਲੇ ਹਾਲਾਤ ਕਿਸ ਤਰ੍ਹਾਂ ਦੇ ਨਾਲ ਬਣੇ ਹੋਏ ਨੇ, ਸੋ ਪਾਰਟੀ ਦੇ ਵਿੱਚ ਜ਼ਿਆਦਾਤਰ ਸੀਨੀਅਰ ਆਗੂਆਂ ਦਾ ਕੰਮਕਾਜ ਜਿਹੜੀ ਹੈ ਉਸ ਤੋਂ ਉੱਠਿਆ ਹੋਇਆ ਮਨ ਲੱਗਦਾ ਹੈ। ਯਾਨੀ ਕਿ 43 ਵਿਧਾਇਕਾਂ ਦੀ ਗੱਲ ਕਰੀਏ ਤਾਂ ਦਬਾਅ ਦੇ ਵਿੱਚ ਖਿਲਾਫ ਉਹਨਾਂ ਨੇ ਚਿੱਠੀ ਲਿਖੀ ਸੀ ਤੇ ਹਸਤਾਖਰ ਕੀਤੇ। ਸੋ ਸਭ ਦਾ ਜ਼ਿਕਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਰਦੇ ਹੋਏ ਆਪਣੇ ਇਸ ਹਮਲਿਆਂ ਦੇ ਵਿੱਚ ਨਜ਼ਰ ਆਉਂਦੇ ਨੇ ਔਰ ਬਾਰੋ-ਬਾਰੇ ਹਮਲੇ ਜਿਹੜੇ ਨੇ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ। ਉੱਥੇ ਹੀ ਉਹਨਾਂ ਹਰੀਸ਼ ਰਾਵਤ ਹੋਰਾਂ ਦਾ ਇਹ ਬਿਆਨ, ਇਹ ਤਿੱਖਾ ਜਵਾਬ ਬੇਹੱਦ ਹੀ ਅਹਿਮੀਅਤ ਰੱਖਦਾ ਹੈ, ਕਿਉਂਕਿ ਥੋੜੇ 2 ਦਿਨ ਪਹਿਲੀ ਗੱਲ ਕਰੀਏ ਤਾਂ ਰਣਦੀਪ ਸੁਰਜੇਵਾਲਾ ਦੇ ਵੱਲੋਂ ਵੀ ਇੱਕ ਬਿਆਨ 78 ਵਿਧਾਇਕਾਂ ਵਾਲਾ ਦਿੱਤਾ ਗਿਆ ਸੀ। ਸੋ ਉਹਨਾਂ ਕੀ ਵਾਅਦੇ ਤੇ ਗੱਲ ਕਰਾਂਗੇ ਇੱਕ ਵੱਡੇ ਮਸਲੇ ਦੀ ਜੋ ਕਿ ਲਗਾਤਾਰ ਪੱਖਿਆ ਹੋਇਆ। ਹਾਲਾਂਕਿ ਸਹਿਮਤੀ ਬਣ ਚੁੱਕੀ ਹੈ। ਲਖੀਮਪੁਰ ਕਾਂਡ ਦੀ ਗੱਲ ਕਰ ਰਹੇ ਜਿਸ ਤੇ ਸਿਆਸੀ ਹੰਗਾਮਾ ਅਜੇ ਤੱਕ ਜਾਰੀ ਹੈ ਔਰ ਸੁਖਜਿੰਦਰ ਰੰਧਾਵਾ ਦਾ ਕਾਫਲਾ ਜਿਹੜਾ ਉਹ ਰੋਕਿਆ ਗਿਆ। ਯੂਪੀ ਬਾਰਡਰ ਤੇ ਡਿਪਟੀ ਸੀਐਮ ਦਾ ਕਾਫਲਾ ਰੋਕਿਆ ਗਿਆ। ਡਿਪਟੀ ਸੀਐਮ ਸਮੇਤ ਐਮਐਲਏ ਜਿਹੜੇ ਨੇ ਉਹਨਾਂ ਨੇ ਉੱਥੇ ਧਰਨਾ ਲਗਾ ਦਿੱਤਾ ਕਿਉਂਕਿ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜੇਕਰ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਤਾਂ ਅਸੀਂ ਉੱਥੇ ਮੌਕੇ ਤੇ ਹੀ ਫੈਸਲਾ ਲਵਾਂਗੇ ਅਸੀਂ ਕਰਨਾ ਕੀ ਹੈ। ਨਾਗਰਾ, ਜੀਰਾ ਤੇ ਕੁਲਦੀਪ ਵੈਦ ਵੀ ਜਿਹੜੇ ਨੇ ਉਹਨਾਂ ਦੇ ਨਾਲ ਮੌਜੂਦ ਨੇ। ਲਖੀਮਪੁਰ ਜਾ ਰਿਹਾ ਸੀ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਦਾ ਕਾਫਲਾ, ਪਰ ਕਾਫਲੇ ਨੂੰ ਰੋਕ ਲਿਆ ਗਿਆ। ਸੋ ਉੱਥੇ ਹੀ ਬੈਠ ਕੇ ਧਰਨਾ ਲਾ ਕੇ ਔਰ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਗਾਤਾਰ ਵਿਖਾ ਪਾ ਰਹੇ ਕਿਉਂਕਿ ਥੋੜੀ ਦੇਰ ਪਹਿਲਾਂ ਸਾਡੇ ਪੱਤਰਕਾਰ ਗੱਲਬਾਤ ਵੀ ਕਰ ਰਹੇ ਸੀ ਕਿ ਆਖਿਰਕਾਰ ਕਿਉਂ ਇੱਥੇ ਹੀ ਧਰਨਾ ਲਗਾ ਦਿੱਤਾ ਗਿਆ ਔਰ ਸਾਫ਼ ਤੌਰ ਤੇ ਇੱਥੋਂ ਹੀ ਕਹਿ ਕੇ ਗਏ ਸਨ ਚੰਡੀਗੜ੍ਹ ਤੋਂ ਕਿ ਜੇਕਰ ਸਾਨੂੰ ਜਿੱਥੇ ਵੀ ਰੋਕਿਆ ਗਿਆ ਸੀ ਉੱਥੇ ਹੀ ਮੌਕੇ ਤੇ ਫੈਸਲਾ ਲਵਾਂਗੇ ਕਿ ਅਸੀਂ ਕਰਨਾ ਕੀ ਹੈ। ਪੰਜਾਬ ਦੇ ਡਿਪਟੀ ਸੀਐਮ ਤੁਹਾਨੂੰ ਸੁਖਜਿੰਦਰ ਰੰਧਾਵਾ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ। ਕੁਲਜੀਤ ਨਾਗਰਾ, ਇਸ ਤੋਂ ਇਲਾਵਾ ਕੁਲਦੀਪ ਵੈਦ ਤੇ ਨਾਲ ਹੀ ਹੋਰ ਵਿਧਾਇਕ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ। ਕਾਂਗਰਸ ਦੇ ਹੋਰ ਵਿਧਾਇਕ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਲਖੀਮਪੁਰ ਜਾ ਰਹੇ ਸਨ, ਪਰ ਇਹਨਾਂ ਨੂੰ ਯੂਪੀ ਬਾਰਡਰ ਤੇ ਹੀ ਸਹਾਰਨਪੁਰ ਦੇ ਕੋਲ ਰੋਕ ਲਿਆ ਗਿਆ। ਸਿੱਧੀਆਂ ਤਸਵੀਰਾਂ ਤੁਹਾਨੂੰ ਵਿਖਾ ਪਾ ਰਹੇ ਜਿਸ ਤੋਂ ਬਾਅਦ ਡਿਪਟੀ ਸੀਐਮ ਸਮੇਤ ਕਾਂਗਰਸ ਦੇ ਵਿਧਾਇਕਾਂ ਨੇ ਉੱਥੇ ਹੀ ਧਰਨਾ ਲਾਇਆ ਹੋਇਆ ਔਰ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਕਿਸ ਤਰ੍ਹਾਂ ਦੇ ਨਾਲ ਹੱਥ ਜੋੜ ਕੇ अपील कर रहे हैं। आज नहीं जा सकते, अभी कल की पोजीशन जो सिचुएशन है वो कल अगर आपने नहीं बोला तो जा सकते, कल चले जाना। बहसबाजी हुई अपन हम लोगों ने बस आपको अभी वो पक्का नहीं है चढ़ा वाला पुलिस सानू कोई ऑर्डर दिखा नहीं सकी। सिर्फ इन्ना दस इन्ना को वर्बल ऑर्डर रिक्वेस्ट है सर प्लीज सर तो फिर आप आ जाए सर। बच्चे मर गए उन्होंने कोई परेशानी नहीं, चिराग बुझ गए उन्होंने कोई परेशानी नहीं। 10 लाख दे के तो इंसान कर देंगे सरकार। कोई बंदे का कोई मोल ही नहीं है हिंदुस्तान जो बंदे का मोल ही नहीं रहता। एक मिनट आपने बोला कल चले जाना, अभी आपने बोला कल चले जाना। हम 12 बजे तक यहाँ बैठेंगे, चले जाना, कल चले जाना। नॉर्मल होगी तो कल देखेंगे, कल देखेंगे। आज 10 दिन हुई